मोहर और फर्जी दस्तावेजों के सहारे करोड़ों के बारे न्यारे। जी हाँ, असीं गल करन जा रहे हैं पिछले साल अनाज की ढोआ ढुआई दे होए टेंडर की, जिहदे विच पार्टियां वालों बकायदा सीए के जाली दस्तावेज जाली डॉकूमेंट लगा के जिथे करोड़ों रुपए के टेंडर हासिल कर ले गए ने, उत्थे ही पीड़ित वालों डिप्टी कमिश्नर जो कि इस टेंडर कमेटी के चेयरमैन भी ने, उन्होंने शिकायत करने के बावजूद भी जिहड़ा करोड़ों रुपए के फंड जारी हो चुके हैं तो हुण जारी होने की तैयारी दे विच ने। सत श्री अकाल जी, तुसीं देख रहे हो डेली फास्ट पंजाबी ते मैं हाँ एच शमी। अज जिहड़ी असीं फर्जीवाड़े की गल करन जा रहे हैं वो मामला जिला संगरूर दे नाल जुड़िया होया है, जिथों मलेरकोटला के पिंड फैजगढ़ के वासी रछपाल सिंह वालों इस सारे फर्जीवाड़े का पर्दाफाश किया गया। आओ हुण तुहानूं सुणाउने आ पीड़ित रछपाल सिंह की जवानी की आखिर एक पूरा मामला की है। उस तो बाद तुहानूं दिखावांगे कि संबंधित अधिकारियों का कहना की है। मेरा नाम रछपाल सिंह है जी, पिंड मेरा फैजगढ़ है जी। ਅਸੀਂ ਕਾਰਟੇਜ ਦੇ ਉੱਤੇ ਲੇਬਰ ਦੇ ਟੈਂਡਰ ਲੈਣੇ ਤੇ ਤੁਸੀਂ ਹੁਣ ਕਾਹਦਾ ਟੈਂਡਰ ਪਾਇਆ ਸੀਗਾ, ਕੀ ਹੋਇਆ ਉਹਦੇ ਵਿੱਚ? ਅਸੀਂ ਟੈਂਡਰ ਪਾਇਆ ਸੀਗੇ ਕਾਰਟੇਜ ਦੇ ਪਾਏ ਸੀਗੇ ਤੇ ਉਹਦੇ ਵਿੱਚ ਕੀ ਹੋਇਆ ਮਤਲਬ ਕਿ ਫਰਜ਼ੀ ਜਿਹੜੇ ਦਸਤਾਵੇਜ਼ ਲੋਕਾਂ ਦੇ ਲੱਗੇ ਹੋਏ ਸੀਗੇ। ਇਹ ਟੈਂਡਰ ਜਿਹੜੇ ਤੁਸੀਂ ਪਾਏ ਕਦੋਂ ਸੀਗੇ, ਕਿਹੜੀ ਤਰੀਕ ਨੂੰ ਪਾਏ ਸੀ? ਇਹ ਟੈਂਡਰ ਪਾਏ ਸੀਗੇ ਅਸੀਂ ਜੁਲਾਈ ਦੇ ਵਿੱਚ, ਜੁਲਾਈ 20 ਦੇ ਵਿੱਚ, ਤੇ ਉਹ ਜੁਲਾਈ 20 ਦੇ ਵਿੱਚ ਹੀ ਖੁੱਲੇ ਸੀਗੇ ਤੇ ਇਹਨਾਂ ਦੀ ਮਿਆਦ ਆ ਜਿਹੜੀ ਸੀਗੀ 1/9/20 ਤੋਂ ਲਾ ਕੇ 30/6/21 ਤੱਕ ਸੀ, ਪਰ ਇਹਨਾਂ ਨੇ ਕਰੋਨਾ ਦੀ ਆੜ ਦੇ ਵਿੱਚ ਇਹਦੀ ਡੇਟ ਐਕਸਟੈਂਡ ਕਰਕੇ 31/12/21 ਤੱਕ ਕਰਤੀ। ਅੱਛਾ, ਕਿਹੜੇ ਡਿਪਾਰਟਮੈਂਟ ਦੇ ਟੈਂਡਰ ਪਾਏ ਸੀਗੇ ਤੁਸੀਂ? ਇਹ ਡਿਪਾਰਟਮੈਂਟ ਮੇਨ ਤਾਂ ਜਿਹੜਾ ਹੁੰਦਾ ਇਹਨਾਂ ਦਾ ਪਨਗਰੇਨ ਹੁੰਦਾ, ਪਰ ਆਪਣੀ ਪੰਜਾਬ ਦੀਆਂ 4 ਏਜੰਸੀਆਂ ਦੂਜੀਆਂ ਮਾਰਕਫੈਡ, ਵੇਅਰ ਹਾਊਸ, ਪਨਸਪ, FCI ਵੀ ਵਿੱਚ ਹੀ ਹੁੰਦੀ ਹੈ ਇਹਨਾਂ ਦੀ। FCI ਮੇਨ ਹੈਡ ਮਤਲਬ ਕਿ FCI ਮੰਨੀ ਜਾਂਦੀ ਹੈ। ਜਿਹੜੀ ਇਹਦੇ ਪਾਲਿਸੀ ਦੇ ਵਿੱਚ ਇੱਕ ਐਡਿਟ ਬੈਲੈਂਸ ਸ਼ੀਟ ਹੁੰਦੀ ਆ, ਉਹ ਮਤਲਬ ਕਿ ਇਹ ਹੁੰਦਾ ਵੀ ਜਿਹੜਾ ਵੀ ਆਪਾਂ ਪਿਛਲੇ ਸਾਲ ਦਾ ਕੋਈ ਕੰਮ ਦਾ ਤਜਰਬਾ ਹੁੰਦਾ ਉਹ ਪਾਲਿਸੀ ਮੁਤਾਬਕ ਦੱਸਿਆ ਵੀ ਤੁਹਾਨੂੰ ਇੰਨੇ ਕਰੋੜ ਦਾ ਤੁਹਾਡੀ ਟਰਨਓਵਰ ਚਾਹੀਦੀ ਆ। ਕੌਣ ਤਿਆਰ ਕਰਦਾ? ਇਹ CA ਸਾਹਿਬ ਕਰਦੇ ਹੁੰਦੇ ਆ, ਜਿਹੜੇ ਸਾਡੇ CA ਨੇ ਮਤਲਬ ਕਿ ਉਹ ਤਿਆਰ ਕਰਕੇ ਦਿੰਦੇ ਆ। ਪਰ ਇਹਦੇ ਵਿੱਚ ਇਹ ਗੱਲ ਹੋ ਗਈ ਵੀ ਜਿਹੜੇ ਸੀਗੀ ਉਹ ਟਰਨਓਵਰ ਸਾਡੇ ਦਾ ਟੈਂਡਰ ਤੋਂ ਰਿਜੈਕਟ ਕਰਤੇ, ਕਿਉਂ ਜਿਹੜੇ ਦੂਜੇ ਗਰੁੱਪ ਸੀਗੇ ਪਾਰਟੀਆਂ ਹੋਰ ਉਹਨਾਂ ਨੂੰ ਫਰਜ਼ੀ ਦਸਤਾਵੇਜ਼ਾਂ ਦੇ ਉਹਨੇ ਟੈਂਡਰ ਲੈ ਲਏ। ਕਿਸ ਤਰ੍ਹਾਂ ਦੇ ਜਿਹੜੇ ਫਰਜ਼ੀ ਦਸਤਾਵੇਜ਼ ਲੱਗੇ ਹੋਏ ਸੀਗੇ? ਉਹਨਾਂ ਨੇ ਜਿਹੜੀ ਟਰਨਓਵਰ ਸੀਗੀ ਐਡਿਟ ਬੈਲੈਂਸ ਸ਼ੀਟ ਸੀਗੀ, ਜਿਹੜੀ ਟਰਨਓਵਰ ਦੇ ਪ੍ਰੂਫ ਜਿਹੜੀ ਲੱਗਦੀ ਆ ਨਾਲ, ਉਹਨਾਂ ਨੇ ਸਾਰੀਆਂ ਜਾਲੀ ਬਣਾ ਲਈਆਂ ਬੰਦਿਆਂ ਨੇ। ਕਿਵੇਂ ਪਤਾ ਲੱਗਿਆ ਕਿ ਜਾਲੀ ਨੇ? ਉਹ ਫਿਰ ਅਸੀਂ CA ਜਿਹੜਾ ਇੰਸਟੀਚਿਊਟ ਦਿੱਲੀ ਕੇਸ ਫਾਈਲ ਕੀਤਾ ਸੀਗਾ, ਉਹਦੇ ਵਿੱਚੋਂ ਜਿਹੜਾ ਕੋਈ ਅੰਸ਼ਲ ਮਿੱਤਲ ਜੀ ਹੈਗੇ ਨੇ CA, ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਤਿਆਰ ਕੀਤੇ ਹੋਏ ਡਾਕੂਮੈਂਟ ਸੀਗੇ। ਪਰ ਜਦੋਂ ਉਹਨਾਂ ਨੇ CA ਵਾਲਿਆਂ ਨੇ ਉਹਨਾਂ ਨੂੰ ਉੱਥੋਂ ਮਤਲਬ ਕਿ ਚਿੱਠੀ ਉੱਤਰ ਕੀਤਾ, ਜੋ ਵੀ ਉਹਨਾਂ ਨੂੰ ਬੁਲਾਇਆ, ਕੁਛ ਵੀ ਕੀਤਾ, ਉਹਨਾਂ ਨੇ ਉੱਥੇ ਸਟੇਟਮੈਂਟ ਦੇ ਦਿੱਤੀ ਰਿਟਨ ਦੇ ਵਿੱਚ ਵੀ ਇਹ ਡਾਕੂਮੈਂਟ ਮੇਰੇ ਹੈ ਨਹੀਂ। ਮਤਲਬ ਕਿ ਜੇ ਉਹਨਾਂ ਦੇ ਡਾਕੂਮੈਂਟ ਨਹੀਂ ਹੈਗੇ, ਜੋ ਜਿੰਨੇ ਆ 8-9 ਮੈਂ ਦੱਸ ਦਿੰਦਾ ਜਿਹੜੇ ਜਿਹੜੇ ਬੰਦਿਆਂ ਦੇ ਨਾਂ ਦੇ ਉਹ ਟੈਂਡਰ ਹਨ, ਉਹ ਤਾਂ ਫਿਰ ਜਾਲੀ ਪੈ ਗਏ। ਜਦੋਂ ਉਹਦੀ ਬੈਲੈਂਸ ਸ਼ੀਟ ਹੀ ਉਹਨਾਂ ਨੇ ਕਹਿਤਾ ਵੀ ਇਹ ਤਾਂ ਮੈਂ ਬਣਾਈ ਹੀ ਨਹੀਂ ਹੈਗੀ, ਤਾਂ ਸਾਰੇ ਜਾਲੀ ਪੈ ਗਏ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਉਂਦਾ ਜੀ ਟਰੱਕ ਯੂਨੀਅਨ ਸੰਗਰੂਰ, ਫਿਰ ਆਉਂਦੇ ਆ ਜੀ ਆਪਣੇ ਟਰੱਕ ਯੂਨੀਅਨ ਸੁਨਾਮ, ਉਸ ਤੋਂ ਅੱਗੇ ਆਉਂਦੀ ਹੈ ਜੀ ਟਰੱਕ ਯੂਨੀਅਨ ਮੂਨਕ, ਉਸ ਤੋਂ ਅੱਗੇ ਆਉਂਦੀ ਹੈ ਜੀ ਟਰੱਕ ਯੂਨੀਅਨ ਸ਼ੇਰਪੁਰ, ਉਸ ਤੋਂ ਅੱਗੇ ਆਉਂਦੀ ਹੈ ਜੀ ਟਰੱਕ ਯੂਨੀਅਨ ਸੁਨਾਮ ਤਾਂ ਪਹਿਲਾਂ ਜਾਖੜ ਰੋਡ ਸੁਨਾਮ ਹੈ, ਦੋ ਥਾਵੇਂ ਪਾਉਂਦੇ ਹੋਣਗੇ। ਉਦੋਂ ਅੱਗੇ ਆਉਂਦੇ ਆ ਜੀ ਇਹ ਕੁੱਪ ਕਲਾਂ ਟਰੱਕ ਯੂਨੀਅਨ, ਉਦੋਂ ਕਲਾਂ ਅਮਰਗੜ੍ਹ, ਲਹਿਰਾ ਗਾਗਾ। ਇਹਨਾਂ ਦੇ ਸਾਰੇ ਜਦੋਂ ਅਸੀਂ ਡਾਕੂਮੈਂਟ ਉਹਨਾਂ ਤੋਂ ਮਤਲਬ ਕਿ ਚੈੱਕ ਕਰਾਏ, ਇਹ ਸਾਰੇ ਮਤਲਬ ਕਿ ਉਹ ਗੀ ਸਾਹਿਬ ਵੱਲੋਂ ਤਿਆਰ ਸੀਗੇ, ਪਰ ਉਹ ਤੋਂ ਬਾਅਦ 'ਚ ਉਹਨਾਂ ਨੇ ਕਹਿਤਾ ਵੀ ਇਹ ਮੇਰੇ ਹੈ ਨਹੀਂ। ਸਾਈਨ ਹੈਗੇ ਸੇਮ ਨੇ, ਪਰ ਉਹ ਕਹਿੰਦੇ ਸਾਡੇ ਹੈ ਨਹੀਂ। ਹੁਣ ਜੇ ਉਹਨਾਂ ਦੇ ਸਾਈਨ ਨਹੀਂ ਹੈਗੇ ਤਾਂ ਮੰਨ ਲਓ ਫਿਰ ਤਾਂ ਸਾਰੇ ਟੈਂਡਰ ਹੀ ਫਰਜ਼ੀ ਪੈ ਗਏ। ਉਹ ਕਰੋੜਾਂ ਰੁਪਈਆਂ ਦੀਆਂ ਪੇਮੈਂਟਾਂ ਪਿਛਲੀ ਵਾਰ ਵੀ ਲੈ ਗਏ, ਕੰਮ ਵੀ ਹੋ ਰਿਹਾ, ਹੁਣ ਵੀ ਕੰਮ ਚੱਲ ਰਿਹਾ, ਕਰੋੜਾਂ ਰੁਪਈਆਂ ਦੀ ਪੇਮੈਂਟਾਂ ਹੁਣ ਲੈਣੀਆਂ ਨੇ ਉਹਨਾਂ ਨੇ। ਜੇਕਰ ਟੈਂਡਰ ਦੇ ਵਿੱਚ ਜੇ ਕੋਈ ਫਰਜ਼ੀ ਡਾਕੂਮੈਂਟ ਪਾਇਆ ਜਾਂਦਾ, ਪਾਲਿਸੀ ਦੇ ਵਿੱਚ ਕੋਈ ਇਹੋ ਜਿਹਾ ਹੈਗਾ ਕਿ ਉਹਦਾ ਟੈਂਡਰ ਰੱਦ ਹੋਵੇ ਜਾਂ ਬਲੈਕ ਲਿਸਟ ਹੋ ਜਾਏ? ਜੇ ਪਾਲਿਸੀ ਦੇ ਵਿੱਚ ਇਹ ਆ ਜੀ, ਜੇ ਕੋਈ ਟੈਂਡਰ ਦੇ ਵਿੱਚ ਕੋਈ ਵੀ ਬੰਦਾ ਕੋਈ ਫਰਜ਼ੀ ਡਾਕੂਮੈਂਟ ਕੋਈ ਲਾਉਂਦਾ ਤਾਂ ਉਹਦੇ ਵਿੱਚ ਸਿੱਧੇ ਹੀ ਇਹ ਲਿਖਿਆ ਹੋਇਆ ਵੀ ਉਹਦੇ ਵਿਰੁੱਧ ਨਾਲੇ ਤਾਂ ਉਹ ਸਿੱਧਾ ਬਲੈਕ ਲਿਸਟ ਹੋਊ। ਉਸ ਤੋਂ ਅੱਗੇ ਇਹਦੇ ਵਿੱਚ ਇਹ ਵੀ ਸਰਕਾਰ ਦੀ ਪਾਲਿਸੀ ਦੇ ਵਿੱਚ ਸ਼ਰਤਾਂ ਸੀਗੀਆਂ ਵੀ ਉਹਦੇ ਵਿਰੁੱਧ ਕ੍ਰਿਮੀਨਲ ਪ੍ਰੋਸੀਡਿੰਗ ਨਹੀਂ ਚੱਲੂ।
ਨਾਲ। ਇਹ ਨਹੀਂ ਹੈਗਾ ਵੀ ਇਕੱਲਾ ਵੀ ਉਹਨੂੰ ਐਵੇਂ ਛੱਡ ਦਿੱਤਾ ਜਾਊਗਾ, ਤੇ ਨਾਲ ਉਹਦੇ ਸਾਰਾ ਜਿਹੜਾ ਜੋ ਵੀ ਹੈਗਾ ਤਾਂ ਹੁਣ ਤਾਂ ਕੰਮ ਵੀ ਕਰ ਚੁੱਕੇ ਨੇ। ਇਹ ਮਹਿਕਮੇ ਨੇ ਉਹਨਾਂ ਨੂੰ ਮਤਲਬ ਕਿ ਮਿਲੀ ਭੁਗਤ ਕਰਕੇ ਕੀਤਾ। ਨਹੀਂ ਇਹ ਨਹੀਂ ਹੋ ਸਕਦਾ ਕੋਈ ਬੰਦਾ ਇੱਕ ਵੀ ਜਾਲੀ ਡਾਕੂਮੈਂਟ ਕੋਈ ਲਾ ਦੇਵੇ ਤਾਂ ਉਹਦੇ ਪਰਚਾ ਉਹਨੂੰ ਪਤਾ ਵੀ ਮੈਂ ਫਸੂੰਗਾ, ਪਰ ਇਹਨਾਂ ਨੇ ਸਾਰੇ ਬੈਲੈਂਸ ਸ਼ੀਟ ਹੀ ਜਾਲੀ ਲਾਤੀ। ਇਹਨਾਂ ਨਾਲ ਮੇਰੇ ਵਰਗੇ ਮਤਲਬ ਕਿ ਕਿੰਨੇ ਠੇਕੇਦਾਰ ਹੋਰ ਨੇ ਜਿਹੜੇ ਅਸੀਂ ਮਤਲਬ ਕਿ ਛੋਟੇ ਲੈਵਲ ਤੇ ਲਾ ਲਓ, ਜਿਵੇਂ ਲਾ ਲਓ ਇੱਕ ਦੋ ਸੈਂਟਰ ਚਲਾਉਂਦੇ ਸੀ, ਲੇਕ ਕੋਲਾ ਸੀ, ਮੇਰੇ ਕੋਲ ਸੰਦੌੜ ਸੀ ਜਾਂ ਹੋਰ, ਇਹ ਜਿਹੜੇ ਦੁਆਰਿਆਂ ਨੂੰ ਮਤਲਬ ਕਿ ਉਹ ਕਰ ਲਿਆ, ਟੈਂਡਰ ਲੈ ਲਏ ਇਹਨਾਂ ਨੇ। ਮੰਨ ਲਓ ਜਦੋਂ ਹੁਣ ਤੁਹਾਨੂੰ ਇਹ ਸਾਰਾ ਕੁਝ ਪਤਾ ਲੱਗ ਗਿਆ ਕਿ ਜਿਹੜੇ ਫਰਜ਼ੀ ਡਾਕੂਮੈਂਟ ਲਾ ਕੇ ਇਹਨਾਂ ਨੂੰ ਟੈਂਡਰ ਮਿਲੇ ਨੇ, ਤੁਸੀਂ ਨੇ ਕੋਈ ਇਹਦੀ ਕੰਪਲੇਂਟ ਵਗੈਰਾ ਕਿਸੇ ਉੱਚ ਅਧਿਕਾਰੀਆਂ ਕੋਲੇ ਮਿਲੇ? ਧਿਆਨ 'ਚ ਲਿਆਉਂਦਾ ਕਿਸੇ ਦਾ? ਮੈਂ ਕਿਹਾ ਨਹੀਂ, ਸਭ ਤੋਂ ਪਹਿਲਾਂ ਤਾਂ ਮੈਂ DC ਸਾਹਿਬ ਕੋਲ ਗਿਆ ਸੀ ਸੰਗਰੂਰ। ਉਹਨਾਂ ਨੂੰ ਮੈਂ DC ਸਾਹਿਬ ਨੂੰ 28/6/21 ਨੂੰ ਪੇਸ਼ ਹੋਇਆ ਸੀਗਾ ਟੈਂਡਰ। DC ਸਾਹਿਬ ਨੂੰ 28/6/21 ਨੂੰ DC ਸਾਹਿਬ ਦੇ ਕੋਲ ਪੇਸ਼ ਹੋ ਗਿਆ, ਕਿਉਂਕਿ ਉਹ ਟੈਂਡਰ ਕਮੇਟੀ ਦੇ ਚੇਅਰਮੈਨ ਨੇ। ਬਾਕੀ ਜਿੰਨੇ ਬਾਕੀ DM ਨੇ ਉਹਨਾਂ ਦੇ ਸਭ ਤੋਂ ਮੂਹਰੇ ਟੈਂਡਰ ਕਮੇਟੀ ਦੇ ਚੇਅਰਮੈਨ DC ਸਾਹਿਬ ਨੇ। ਉਹਨਾਂ ਨੂੰ ਪੇਸ਼ ਹੋ ਕੇ ਉਹਨਾਂ ਨੇ ਵੀ ਸਾਰੇ ਦਸਤਾਵੇਜ਼ ਦਿੱਤੇ, ਸਾਰੇ ਦਸਤਾਵੇਜ਼ ਦੇ ਕੇ ਪੇਸ਼ ਹੋ ਕੇ ਉਹਨਾਂ ਨੂੰ ਸਾਰਾ ਕੁਝ ਦੱਸ। ਲਿਖਤੀ ਸ਼ਿਕਾਇਤ ਵਗੈਰਾ ਦਿੱਤੀ ਹੈ ਕੋਈ? ਹਾਂ, ਲਿਖਤੀ ਦਿੱਤੀ ਆ, ਉਹ ਵੀ ਮੇਰੇ ਕੋਲ ਨਾਲ ਹੀ ਉਹਦੀ ਹੈਗੀ ਆਪਣੇ, ਉਹਨਾਂ ਤੋਂ ਲਈ ਆ ਨਾਲ ਤੇ ਆਪਣੇ। ਤੋਂ ਬਾਅਦ ਮੈਂ ਜਿਹੜੇ ਸੰਬੰਧਿਤ ਮਹਿਕਮੇ ਆ, FCI ਹੋ ਗਈ, FCI ਦਾ ਇੱਕ ਵਿਜੀਲੈਂਸ ਵਿੰਗ ਹੁੰਦਾ, ਉਹਦੇ ਕੋਲ ਵੀ ਸਪੈਸ਼ਲ ਉਹਨਾਂ ਦੇ ਮੇਰੇ ਕੋਲ ਮੇਲਾਂ ਪਈਆਂ ਨੇ, ਉਹਨਾਂ ਨੂੰ ਵੀ ਮਿਲ ਕੇ ਪੇਸ਼ ਹੋ ਕੇ ਉਹਨਾਂ ਨੂੰ ਸਾਰੇ ਡਾਕੂਮੈਂਟ ਦਿੱਤੇ ਆ। ਫਿਰ ਪਨਗਰੇਨ ਨੂੰ, ਫਿਰ ਉਹਦਾ ਮਾਰਕਫੈਟ, ਵੇਅਰ ਹਾਊਸ, ਪਨਸੈਪ, ਸਾਰੇ ਉੱਚ ਅਧਿਕਾਰੀਆਂ ਨੂੰ, ਇਹਨਾਂ ਦੇ DM ਸਾਹਿਬ ਨੂੰ ਡਾਕੂਮੈਂਟ ਵੀ ਦੇ ਦਿੱਤੇ, ਪੇਸ਼ ਵੀ ਹੋ ਗਿਆ। ਵੇਅਰ ਹਾਊਸ ਵਾਲਿਆਂ ਕੋਲ ਪੇਸ਼ ਹੋਇਆ ਸੀਗਾ। ਸਾਰੇ ਉੱਚ ਅਧਿਕਾਰੀਆਂ ਨੂੰ ਅਸੀਂ ਇਹਨਾਂ ਤੋਂ ਇਲਾਵਾ ਜਿਹੜੇ ਬਾਕੀ ਉੱਪਰਲੇ ਉੱਚ ਅਧਿਕਾਰੀ ਨੇ, ਕੋਈ ਵੀ ਮਹਿਕਮੇ ਨਾਲ ਜਿਹੜਾ ਸੰਬੰਧਿਤ ਹੁੰਦਾ ਫੂਡ ਸਪਲਾਈ ਨਾਲ, ਸਾਰਿਆਂ ਨੂੰ ਅਸੀਂ ਮਤਲਬ ਕਿ ਸਪਲਾਈ ਸਾਨੂੰ ਅਨਾਜ ਭਵਨ ਪਨਗਰੇਨ ਚੋਂ ਇੱਕ ਦਾ ਆਇਆ ਸੀਗਾ। ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡਾ ਜਿਹੜਾ ਹੈਗਾ ਇਹ ਵਿਜੀਲੈਂਸ ਬਿਊਰੋ ਜਿਹੜੇ ਹੈਗੇ ਆ ਮੋਹਾਲੀ, ਵੀ ਉਹਨਾਂ ਨੂੰ ਅਸੀਂ ਭੇਜ ਦਿੱਤਾ, ਤੇ ਉਹਨਾਂ ਨੂੰ ਜਲਦੀ ਅਸੀਂ ਇਹ ਕਹਿ ਦਿੱਤਾ ਵੀ ਇਹਨਾਂ ਦੇ ਜੋ ਵੀ ਬਣਦੀ ਕਾਰਵਾਈ ਕਰਕੇ ਰਛਪਾਲ ਸਿੰਘ ਨੂੰ ਦੱਸਿਆ ਜਾਵੇ। ਤੇ ਨਾਲ ਆਹ ਵਿਜੀਲੈਂਸ ਵੱਲੋਂ ਮੈਨੂੰ ਲੈਟਰ ਆਇਆ ਹੋਇਆ, ਇਹਨਾਂ ਦੇ ਵਿੱਚ ਉਹਨਾਂ ਨੇ ਸਾਫ਼ ਤੇ ਸਪਸ਼ਟ ਕਿਹਾ, ਅਨਾਜ ਭਵਨ ਵਾਲਿਆਂ ਨੇ ਤੇ ਪਨਗਰੇਨ ਵਾਲਿਆਂ ਨੇ, ਹੈੱਡ ਆਫਿਸ ਇਹਨਾਂ ਦਾ ਉੱਥੇ ਹੀ ਆ ਨਾ ਅਨਾਜ ਭਵਨ 'ਚ, ਤੇ ਉਹਨਾਂ ਨੇ ਕਲੀਅਰ ਲੈਤਾ ਵਿਜੀਲੈਂਸ ਨੂੰ, ਜਿਹੜੇ ਮੋਹਾਲੀ ਹੈੱਡ ਆਫਿਸ ਆ ਉਹਨਾਂ ਨੂੰ ਲਿਖ ਕੇ ਕਹਿਤਾ ਵੀ ਇਹਦੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਕੇ ਲੋੜੀਂਦੀ ਜੋ ਵੀ ਬਣਦੀ ਆ ਵੀ ਰਛਪਾਲ ਸਿੰਘ ਨੂੰ ਲਿਖਤੀ ਤੌਰ ਤੇ ਦੱਸਿਆ ਜਾਵੇ, ਨਾਲੇ ਜਿਹੜਾ ਹੈਗਾ ਵੀ ਸਾਨੂੰ ਦੱਸਿਆ ਜਾਵੇ। ਇਹ ਰਲਿਆ ਮਿਲਾ ਫੇਰ ਕਰ ਲੈਣਗੇ ਕਿ ਮਹਿਕਮੇ ਦੀ ਰਲੀ ਭੁਗਤਾ ਸਾਰੀ ਵਿੱਚ ਇਹਨਾਂ ਦੇ, ਤੇ ਮਹਿਕਮੇ ਨੇ ਪੈਸੇ ਖਾਦੇ ਨੇ, ਇੱਕ ਵੀ ਡਾਕੂਮੈਂਟ ਕੋਈ ਜਾਲੀ ਲਾ ਨਹੀਂ ਸਕਦਾ ਉਹਦੇ ਵਿੱਚ। ਇਹਨਾਂ ਨੇ ਸਾਰੇ ਜਾਲੀ ਲਾ ਲਏ ਵਿੱਚ, ਫਰਜ਼ੀ ਦਸਤਾਵੇਜ਼ ਨੇ ਜਿਹਨਾਂ ਦੇ ਆਧਾਰ ਤੇ ਟੈਂਡਰ ਲੈ ਲਏ, ਕਰੋੜਾਂ ਦੀ ਪੇਮੈਂਟ ਪਹਿਲਾਂ ਲੈ ਕੇ, ਤੇ ਹੁਣ ਮੁੜ ਕੇ ਫੇਰ ਦੁਬਾਰੇ ਫੇਰ ਕੰਮ ਇਹਨਾਂ ਨੇ ਕਰ ਲਿਆ ਤੇ ਪੇਮੈਂਟ ਲੈ ਕੇ ਜਾਣਗੇ ਫੇਰ। ਰਛਪਾਲ ਸਿੰਘ ਸਰ ਸੰਤੋਖ ਸਿੰਘ ਵੱਲੋਂ ਇੱਕ ਕੰਪਲੇਂਟ ਕੀਤੀ ਗਈ ਹੈ, ਉਹ ਕੀ ਹੈ ਸਰ ਮਾਮਲਾ ਪੂਰਾ? ਉਹਦੇ ਵੱਲੋਂ ਇਹ ਜਿਹੜੇ ਆਰੋਪ ਲਗਾਏ ਗਏ ਨੇ ਕਿ ਫਰਜ਼ੀ CA ਦੇ ਜਿਹੜੀਆਂ ਬੈਲੈਂਸ ਸ਼ੀਟਾਂ ਲਗਾ ਕੇ ਟੈਂਡਰ ਅਵਾਰਡ ਹੋਏ ਨੇ ਦੂਜੇ ਲੋਕਾਂ ਨੂੰ, ਕੀ ਕਹਿਣਾ ਚਾਹੋਗੇ? ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ। ਜਿਹੜਾ ਉਹਨੇ ਇਲਜ਼ਾਮ ਲਾਏ ਹੈਗੇ ਹੈ ਉਹ ਤਾਂ ਲਾਏ ਹੈਗੇ, ਜਿਹੜੀ ਕਮੇਟੀ ਹੈਗੀ ਹੈ ਟੈਂਡਰ ਕਮੇਟੀ, ਉਹਦੀ ਮੀਟਿੰਗ ਕਰਕੇ ਡਿਸਾਈਡ ਕਰੂਗੀ ਕਿ ਇਹਦਾ ਹੈਗਾ ਉਹਦਾ ਪਾਕਿਸਤਾਨ ਲਈ ਜੋ ਵੀ ਕਾਰਵਾਈ ਹੋਊਗੀ। ਸਰ, ਜਦੋਂ ਤੁਹਾਡੇ ਕੋਲ ਕੰਪਲੇਂਟ ਆ ਜਾਂਦੀ ਹੈ ਤਾਂ ਉਸ ਦੀ ਰਿਗਾਰਡਿੰਗ ਕੀ ਐਕਸ਼ਨ ਲਿਆ ਜਾਂਦਾ ਹੈ? ਕਿ ਤੁਰੰਤ ਪ੍ਰਭਾਵ ਨਾਲ ਟੈਂਡਰਾਂ 'ਤੇ ਰੋਕ ਲੱਗ ਸਕਦੀ ਸੀ? ਨਹੀਂ, ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਕਿਉਂਕਿ ਟੈਂਡਰ ਵੀ ਲੀਗਲੀ ਦਿੱਤੇ ਹੋਏ ਪਏ ਨੇ। ਜਿੰਨੇ ਚਿਰ ਇਨਵੈਸਟੀਗੇਟ ਹੋਵੇ ਮੈਟਰ, ਇਨਵੈਸਟੀਗੇਟ ਨਹੀਂ ਹੁੰਦਾ ਉਹਨੇ ਜਿਹੜਾ ਆਪਾਂ ਕਿਵੇਂ ਰੋਕ ਲਾ ਸਕਦੇ ਹਾਂ? ਸਰ, ਜਿਹੜੇ ਬੰਦੇ ਦੀ ਜਿਹੜੇ CA ਦੀ ਲੱਗੀ ਆ, ਸਟੰਪ ਲੱਗੀ ਆ, ਸਾਈਨਿੰਗ ਹੋਈ ਆ, ਉਹਨੇ ਬਕਾਇਦਾ ਰਿਟਰਨ ਦੇ ਵਿੱਚ ਦਿੱਤਾ ਹੋਇਆ ਕਿ ਇਹ ਜਿਹੜੇ ਸਾਈਨ ਔਰ ਸਟੰਪ ਮੇਰੇ ਨਹੀਂ ਹੈਗੇ ਜੀ। ਨਹੀਂ, ਜਿਹੜੇ ਉਹਨੇ ਲਾਏ ਹੈਗੇ, ਅਸੀਂ ਕਿਹੜਾ ਉਹ ਤੋਂ ਬੁਲਾ ਕੇ ਉਹਦੀ ਇਨਕੁਆਇਰੀ ਕੀਤੀ ਗਈ ਸੀ ਕਿ ਤਾਂ ਝੂਠੇ ਸੱਚੇ ਕੁਝ ਨਹੀਂ ਕਹਿ ਸਕਦੇ। ਸਰ, ਜਦੋਂ ਕੋਈ ਤੁਹਾਡੇ ਕੋਲ ਟੈਂਡਰ ਲਗਾਉਣ ਵਾਸਤੇ ਆਉਂਦਾ ਹੈ ਤਾਂ ਉਹਦੇ ਕਾਗਜ਼ ਵੈਰੀਫਾਈ ਕਰਨ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਇਹ ਫੂਡ ਸਪਲਾਈ ਦੇ ਵਿੱਚ ਹੀ ਜਿਹੜਾ ਹੈਗਾ ਸਿਸਟਮ ਹੈਗਾ, ਉੱਥੇ ਅਪਲੋਡ ਕੀਤੇ ਜਾਂਦੇ ਹੈਗੇ ਤੇ ਉੱਥੇ ਹੀ ਡਾਕੂਮੈਂਟ ਚੈੱਕ ਕੀਤੇ ਜਾਂਦੇ ਨੇ। ਸਰ, ਜਿਹੜੀ ਇਹ ਸੰਤੋਖ ਸਿੰਘ ਆਪਣਾ ਰਛਪਾਲ ਸਿੰਘ ਵਾਲੀ ਐਪਲੀਕੇਸ਼ਨ ਹੈਗੀ ਹੈ, ਉਸ ਤੇ ਤੁਸੀਂ ਨੇ ਕੀ ਕਾਰਵਾਈ ਕੀਤੀ? ਸਾਡੇ ਵੱਲੋਂ ਜਿਹੜਾ ਮੈਟਰ ਹੈਗਾ ਇਹ ਫਾਰਵਰਡ ਕਰਤਾ DFS ਨੂੰ, ਤੇ ਜਦੋਂ ਕਮੇਟੀ ਇਹ ਕਾਲ ਕਰੂਗੀ ਸਾਨੂੰ। ਕਦੋਂ ਕੀਤਾ ਗਿਆ ਸਰ? ਮੈਨੂੰ ਯਾਦ ਨਹੀਂ, ਹੁਣ ਕਾਫੀ ਟਾਈਮ ਹੋ ਗਿਆ। ਸਰ, ਤੁਰੰਤ ਹੀ ਭੇਜਤਾ ਸੀ। ਸਰ, ਜਦੋਂ ਇਹ ਮਤਲਬ ਰਿਪੋਰਟ ਤੁਹਾਡੀ ਫਾਈਨਲ ਆ ਜਾਂਦੀ ਹੈ, ਜੇਕਰ ਇਹਦੇ ਵਿੱਚ ਕੋਈ ਵੀ ਗਿਲਟੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਕੀ ਕਾਰਵਾਈ ਬਣਦੀ ਵਿਭਾਗ ਵੱਲੋਂ? ਜੋ ਕਾਨੂੰਨ ਮੁਤਾਬਕ ਉਹਦੀ ਬਲੈਕ ਲਿਸਟਿੰਗ ਅਤੇ FIR ਜੋ ਵੀ ਕੋਈ ਹੋਏਗੀ ਕਾਰਵਾਈ ਕੀਤੀ ਜਾਏਗੀ।
ਵੱਲੋਂ ਤੁਹਾਨੂੰ ਇੱਕ ਕੰਪਲੇਂਟ ਕੀਤੀ ਹੈ ਟੈਂਡਰਾਂ ਨੂੰ ਲੈ ਕੇ, ਜਿਹੜੇ ਬਾਕਸ ਡਾਕੂਮੈਂਟ ਲਾ ਕੇ ਕਹਿੰਦਾ ਵੀ ਟੈਂਡਰ ਅਵਾਰਡ ਹੋਏ ਨੇ, ਉਹਦੇ ਵੱਲੋਂ ਆਰੋਪ ਲੱਗੇ ਨੇ। ਉਸ ਸ਼ਿਕਾਇਤ ਤੇ ਤੁਸੀਂ ਨੇ ਕੀ ਕਾਰਵਾਈ ਕੀਤੀ ਹੈ? ਅਸੀਂ ਜਦੋਂ ਆਈ ਸੀ ਕੰਪਲੇਂਟ ਡੀਐਫਸੀ ਸਾਹਿਬ ਨੂੰ ਕਾਪੀ ਭੇਜੀ ਹੈ, ਜਦੋਂ ਉਹ ਕੰਪਲੇਂਟ ਸਾਨੂੰ ਇਨਕੁਆਇਰੀ ਵਾਸਤੇ ਬੁਲਾਉਣਗੇ ਅਸੀਂ ਕਰਕੇ ਉਹਦੀ ਇਨਕੁਆਇਰੀ ਕਰ ਦਾਂਗੇ ਜੀ। ਇਹ ਸਰ ਕਦੋਂ ਭੇਜੀ ਤੁਸੀਂ? ਜਦੋਂ ਆਈ ਸੀ ਕੰਪਲੇਂਟ, ਜਦੋਂ ਆਈ ਹੈ ਜੀ। ਅੱਛਾ, ਉਦੋਂ ਭੇਜਤੀ ਸਰ? ਉਹਦੀ ਭੇਜਤੀ। ਅੱਛਾ ਸਰ, ਜੇ ਮੰਨ ਲਓ ਇਨਕੁਆਇਰੀ ਤੋਂ ਬਾਅਦ ਜਿਹੜੇ ਬੰਦਾ ਕੋਈ ਗਿਲਟੀ ਪਾਇਆ ਜਾਂਦਾ ਇਹਦੇ ਵਿੱਚ, ਤਾਂ ਪਾਲਿਸੀ ਮੁਤਾਬਕ ਕੀ ਜਿਹੜੀ ਕਾਰਵਾਈ ਹੋ ਸਕਦੀ ਹੈ? ਕਾਰਵਾਈ ਜਿਹੜੀ ਪਾਲਿਸੀ ਜਿਵੇਂ ਵੀ ਕਹੂਗੀ ਪਾਲਿਸੀ ਜਿਹੜੀ ਹੈਗੀ ਹੈ, ਉਹ ਜਿਹੜਾ ਕੋਈ ਫਾਲਟ ਉਹਦੇ ਅਗੇਂਸਟ ਹੋਊਗੀ, ਕਾਰਵਾਈ ਹੋਊਗੀ। ਨਹੀਂ, ਕੀ ਕਾਰਵਾਈ ਹੁੰਦੀ ਹੈ ਸਰ ਵੈਸੇ? ਉਹ ਡੀਐਫਸੀ ਸਾਹਿਬ ਹੀ ਦੱਸ ਸਕਦੇ ਨੇ ਜੀ। ਹਾਂਜੀ ਸਰ, ਇੱਕ ਰਿਸ਼ਪਾਲ ਸਿੰਘ ਵੱਲੋਂ ਕੰਪਲੇਂਟ ਕੀਤੀ ਗਈ ਹੈ ਕਿ ਬੋਗਸ ਜਿਹੜੇ ਬੈਲੈਂਸ ਸ਼ੀਟਾਂ ਲਗਾ ਕੇ ਫਰੋਡ ਕੀਤਾ ਗਿਆ ਸਰਕਾਰ ਨਾਲ, ਤੇ ਟੈਂਡਰ ਪੇਮੈਂਟ ਵੀ ਹੋ ਚੁੱਕੀ। ਉਹਦੇ ਬਾਰੇ ਕੰਪਲੇਂਟ ਕੀਤੀ ਸੀ, ਉਹਦੇ ਤੇ ਕੀ ਕਾਰਵਾਈ ਹੋਈ ਹੈ? ਕੰਪਲੇਂਟ ਕੁਝ ਪੁਰਾਣੀ ਲੱਗਦੀ ਹੈ, ਮੈਨੂੰ ਪੂਰੀ ਯਾਦ ਨਹੀਂ ਆ ਰਹੀ, ਪਰ ਜੇ ਕੰਪਲੇਂਟ ਕੀਤੀ ਹੋਈ ਹੈ ਤਾਂ ਫੂਡ ਨੂੰ ਭੇਜੀ ਜਾਂਦੀ ਹੈ, ਕਮੇਟੀ ਉੱਥੇ ਬੈਠਦੀ ਹੈ, ਅਸੀਂ ਕਮੇਟੀ ਦੇ ਮੈਂਬਰ ਹੁੰਦੇ ਹਾਂ ਜੀ ਸਰ, ਤੇ ਉਹ ਕਮੇਟੀ ਵੱਲੋਂ ਜਦ ਵੀ ਜੋ ਡਿਸੀਜਨ ਫਾਈਨਲ ਲਿੱਤਾ ਜਾਊਗਾ ਕਨਵੇ ਕਰ ਦਿੱਤਾ ਜਾਊਗਾ ਤੁਹਾਨੂੰ। ਅਜੇ ਡਿਸੀਜਨ ਨਹੀਂ ਲਿੱਤਾ ਗਿਆ ਸਰ। ਜੇ ਪਾਲਿਸੀ ਦੇ ਅਕੋਰਡਿੰਗ ਕੋਈ ਡਾਕੂਮੈਂਟ ਬਾਕਸ ਪਾਏ ਜਾਂਦੇ ਨੇ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ? ਜੋ ਕਾਨੂੰਨ ਕਹਿੰਦਾ ਉਹ ਕੀਤਾ ਜਾਊਗਾ। ਠੀਕ ਹੈ। ਜਿਵੇਂ ਕਿ ਹੁਣ ਤੁਸੀਂ ਸੁਣਿਆ ਕਿ ਰਿਸ਼ਪਾਲ ਸਿੰਘ ਨੇ ਇਸ ਸਾਰੇ ਮਾਮਲੇ ਨੂੰ ਲੈ ਕੇ ਕਿਸ ਤਰ੍ਹਾਂ ਬਰੀਕੀ ਦੇ ਨਾਲ ਪੂਰੇ ਦਸਤਾਵੇਜ਼ਾਂ ਸਮੇਤ ਜਿਹੜਾ ਇਸ ਫਰਜ਼ੀਵਾੜੇ ਨੂੰ ਤੁਹਾਡੇ ਸਾਹਮਣੇ ਰੱਖਿਆ। ਹੁਣ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਕਿ ਜੋ ਬੇਸ਼ੱਕ ਰਿਸ਼ਪਾਲ ਸਿੰਘ ਨੂੰ ਟੈਂਡਰ ਨਹੀਂ ਮਿਲ ਸਕੇ, ਪਰੰਤੂ ਦੂਜੇ ਪਾਸੇ ਉਸੇ ਹੀ ਫਰਜ਼ੀ ਦਸਤਾਵੇਜ਼ਾਂ ਸਾਰੇ ਇਹਨਾਂ ਲੋਕਾਂ ਨੂੰ ਟੈਂਡਰ ਕਿਵੇਂ ਮਿਲ ਗਏ, ਜਿਸ ਦੇ ਕਾਰਨ ਇਸ ਟੈਂਡਰ ਕਮੇਟੀ ਦੀ ਪੂਰੀ ਭੂਮਿਕਾ ਹੀ ਸ਼ੱਕ ਦੇ ਘੇਰੇ ਦੇ ਵਿੱਚ ਕਿਤੇ ਨਾ ਕਿਤੇ ਆ ਜਾਂਦੀ ਹੈ। ਜਿਵੇਂ ਕਿ ਹੁਣ ਤੁਸੀਂ ਵੱਖ-ਵੱਖ ਟੈਂਡਰ ਕਮੇਟੀ ਦੇ ਮੈਂਬਰਾਂ ਦਾ ਜਿਹੜਾ ਪੱਖ ਸੁਣਿਆ ਕਿ ਉਹਨਾਂ ਦਾ ਸਾਫ਼ ਕੀ ਕਹਿਣਾ ਹੈ। ਇੱਥੇ ਵੱਡੀ ਗੱਲ ਇਹ ਹੈ ਕਿ ਜਿਹੜੇ ਟੈਂਡਰ ਕਮੇਟੀ ਦੇ ਮੈਂਬਰ ਨੇ ਉਹ ਵੱਖ-ਵੱਖ ਖਰੀਦ ਏਜੰਸੀਆਂ ਦੇ ਡਿਸਟ੍ਰਿਕਟ ਮੈਨੇਜਰ ਵੀ ਨੇ। ਉਹਨਾਂ ਦੇ ਸਾਫ਼ ਤੌਰ ਦੇ ਉੱਤੇ ਬਿਆਨਾਂ ਤੋਂ ਇਹ ਝਲਕਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਪੂਰੀ ਟੈਂਡਰ ਕਮੇਟੀ ਹੈ, ਜਿਨ੍ਹਾਂ ਦੇ ਟੈਂਡਰ ਜਾਲੀ ਜਾਂ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਪਾਸ ਹੋ ਚੁੱਕੇ ਨੇ, ਉਹਨਾਂ ਨੂੰ ਬਚਾਉਣ ਦੀ ਕਿਤੇ ਨਾ ਕਿਤੇ ਇਹਨਾਂ ਦੀ ਮਨਸ਼ਾ ਬਾਖੂਬੀ ਝਲਕ ਰਹੀ ਹੈ। ਜਦੋਂ ਸਾਡੀ ਟੀਮ ਇਸ ਸਾਰੇ ਮਾਮਲੇ ਸੰਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਵਿਖੇ ਪਹੁੰਚੀ ਤਾਂ ਉੱਥੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਵੱਲੋਂ ਇਸ ਪੂਰੇ ਮਾਮਲੇ ਸੰਬੰਧੀ ਕੈਮਰੇ ਅੱਗੇ ਬੋਲਣ ਤੋਂ ਸਾਫ਼-ਸਾਫ਼ ਮਨਾ ਕਰ ਦਿੱਤਾ, ਜਿਸ ਤੋਂ ਸਾਫ਼-ਸਾਫ਼ ਪਤਾ ਚੱਲਦਾ ਹੈ ਕਿ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਨਹੀਂ ਹਨ। ਇਸ ਤੋਂ ਬਾਅਦ ਜਦੋਂ ਡਿਪਟੀ ਕਮਿਸ਼ਨਰ ਨੂੰ ਪੁੱਛਿਆ ਗਿਆ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਵੀ ਤੁਹਾਨੂੰ ਇੱਕ ਚਿੱਠੀ ਆਈ ਹੈ ਜਿਸ ਵਿੱਚ ਸਾਫ਼-ਸਾਫ਼ ਤੌਰ ਦੇ ਉੱਤੇ ਲਿਖਿਆ ਹੋਇਆ ਹੈ ਕਿ ਸੰਬੰਧਿਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਵੱਲੋਂ ਸਾਫ਼-ਸਾਫ਼ ਕਿਹਾ ਗਿਆ ਕਿ ਮੇਰੇ ਕੋਲ ਤਾਂ ਪ੍ਰਧਾਨ ਮੰਤਰੀ ਦਫ਼ਤਰੋਂ ਵੀ ਚਿੱਠੀਆਂ ਆਉਂਦੀਆਂ ਰਹਿੰਦੀਆਂ ਨੇ। ਡਿਪਟੀ ਕਮਿਸ਼ਨਰ ਸੰਗਰੂਰ ਦੇ ਇਸ ਰਵੱਈਏ ਤੋਂ ਇਹੋ ਲੱਗਦਾ ਹੈ ਕਿ ਜਿਵੇਂ ਉਹ ਟੈਂਡਰ ਲਾਭਕਾਰੀਆਂ ਨੂੰ ਕਿਤੇ ਨਾ ਕਿਤੇ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ। ਹੁਣ ਇਸ ਸਾਰੇ ਮਾਮਲੇ ਨੂੰ ਮੀਡੀਆ ਦੇ ਵਿੱਚ ਪ੍ਰਮੁੱਖਤਾ ਨਾਲ ਨਸ਼ਰ ਹੋਣ ਤੋਂ ਬਾਅਦ ਦੇਖਦੇ ਹਾਂ ਕਿ ਡਿਪਟੀ ਕਮਿਸ਼ਨਰ ਵੱਲੋਂ ਜਾਂਚ ਦੇ ਵਿੱਚ ਜੇਕਰ ਦਸਤਾਵੇਜ਼ ਟੈਂਡਰ ਲਾਭਕਾਰੀਆਂ ਦੇ ਫਰਜ਼ੀ ਪਾਏ ਜਾਂਦੇ ਨੇ ਤਾਂ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ। ਕਿ ਜਿਹੜਾ ਪੰਜਾਬ ਸਰਕਾਰ ਦਾ ਕਰੋੜਾਂ ਰੁਪਈਆ ਟੈਂਡਰ ਲਾਭਕਾਰੀਆਂ ਵੱਲੋਂ ਲਿਆ ਗਿਆ ਹੈ ਉਸ ਦੀ ਵਿਆਜ ਸਮੇਤ ਰਿਕਵਰੀ ਹੋ ਸਕੇਗੀ, ਕਿ ਉਹਨਾਂ ਨੂੰ ਬਲੈਕਲਿਸਟ ਕੀਤਾ ਜਾਵੇਗਾ? ਇਹ ਬਹੁਤ ਵੱਡੇ ਜਿਹੜੇ ਸਵਾਲ ਨੇ। ਸਾਡੇ ਚੈਨਲ ਵੱਲੋਂ ਸੂਬੇ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਹੈ ਕਿ ਇਸ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਕਰੋੜਾਂ ਰੁਪਇਆ ਸਰਕਾਰ ਦੇ ਖਜ਼ਾਨੇ ਦੇ ਵਿੱਚ ਵਿਆਜ ਸਮੇਤ ਵਾਪਸ ਆ ਸਕੇ।